ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਕਬੀਰ ਜੀ ਹਰ ਹਰ ਕੰਪੈ ਬਾਲਾ ਜੀ। ਹੋਰ ਪਵਿੱਤਰ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ, ਹਰ ਹਰ ਕੰਪੈ ਬਾਲਾ ਜੀਓ। ਕਹਿੰਦੇ ਬਾਲਕਾ ਜਿਹੜਾ ਇਹ ਜੀਵ ਹੈ ਜਿਗਿਆਸੂਆਂ ਦਾ, ਜਿਸ ਪ੍ਰਕਾਰ ਬਾਲਾ ਲੜਕੀ ਹੁੰਦੀ ਹੈ, ਉਹਦਾ ਛੋਟਾ ਬਾਲਕੀ ਦਾ ਜਿਹੜਾ ਜੀਵ ਹੁੰਦਾ ਹੈ ਉਹ ਥਰਨ ਥਰਨ ਕੰਬਦਾ ਰਹਿੰਦਾ ਹੈ। ਇਸੇ ਪ੍ਰਕਾਰ ਬਾਲਾ ਜੋ ਅਗਿਆਨੀ ਹੈ, ਬਾਲਾ ਜੋ ਬੜਾ ਹੰਕਾਰ ਹੈ, ਸਾਧਨ ਹੈ, ਜਿਸ ਦੇ ਅੰਦਰ ਆਪਣੇ ਆਪ ਨੂੰ ਜਿਗਿਆਸੀ ਮੰਨਦਾ ਹੈ, ਬਲੀ ਮੰਨਦਾ ਹੈ, ਤੇ ਇਸ ਪ੍ਰਕਾਰ ਬਾਲ ਨਾਲ ਅਗਿਆਨੀ ਜਿਹੜਾ ਜੀਵ ਹੈ ਇਹ ਥਰ ਹਰ ਕੰਪ ਹੈ। ਜਿਸ ਪ੍ਰਕਾਰ ਥਰ ਥਾਲ ਵਿੱਚ ਹਰ ਮੋਤੀ ਰੱਖਿਆ ਹੋਇਆ ਹੋਵੇ, ਕੋਈ ਫੌਜ ਆਵੇ, ਕੋਈ ਧਮਕਾ ਪਵੇ ਤੇ ਉਹਦੇ ਨਾਲ ਮੋਤੀ ਕੰਬਣ ਲੱਗ ਜਾਂਦਾ ਹੈ ਥਾਲ ਵਿੱਚ ਪਿਆ ਹੋਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਥਾਲ ਹੈ ਅੰਤःਕਰਨ, ਇਹਦੇ 'ਚ ਹਰ ਮੋਤੀ ਦੀ ਨਿਆਈ ਹੈ ਜਿਹੜਾ ਦਿਲ, ਇਹ ਜਿਸ ਵਕਤ ਮੌਤ ਦਾ ਭੈ ਸੁਣਦਾ ਹੈ, ਜਿਵੇਂ ਮੋਤੀ 'ਚ ਥਾਲ 'ਚ ਮੋਤੀ ਰੱਖਿਆ ਹੋਇਆ ਕੰਬਦਾ ਹੁੰਦਾ ਹੈ। ਰਾਜਯੋਧ ਦੀ ਜਿਹੜੀ ਘਰ ਵਾਲੀ ਸੀ ਨਾ ਬੀਬੀ ਰਾਜ ਕੌਰ, ਉਸ ਨੇ ਆਪਣੇ ਪਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ 'ਚ ਗੁਰੂ ਸਾਹਿਬ ਮਹਾਰਾਜ ਦੇ ਜੰਗ ਵਿੱਚ ਭੇਜਣ ਵਾਸਤੇ ਕਹਿਣ ਲੱਗੀ, ਪਤੀ ਗੁਰੂ ਸਾਹਿਬ ਦੀ ਸੇਵਾ 'ਚ ਹਾਜ਼ਰ ਹੋ। ਕਹਿਣ ਲੱਗਾ ਮੈਂ ਹਾਜ਼ਰ ਹੋਣ ਨੂੰ ਤਿਆਰ ਹਾਂ, ਪਰ ਜਦੋਂ ਫੌਜ ਚੜ੍ਹ ਕੇ ਆਊ ਉਦੋਂ ਜਾਊਂ। ਇਹ ਸੁਣ ਕੇ ਕਹਿਣ ਲੱਗੀ, ਇਸ ਦੇ ਮੋਤੀ ਨੱਥ ਵਿੱਚ ਪਾਏ ਸਨ, ਉਹ ਨੱਥ ਰੱਖੀ ਸੀ ਲਾ ਕੇ ਥਾਲ ਦੇ ਉੱਤੇ, ਇਸ ਸਿਆਣੀ ਬੀਬੀ ਨੇ ਰੱਖੀ ਸੀ ਜਦੋਂ, ਤੇ ਉਸ ਵੇਲੇ ਉਹ ਮੋਤੀ ਦਾ ਥਾਲ ਵਿੱਚ ਪਿਆ ਮੋਤੀ ਕੰਬੀ ਜਾਵੇ। ਇਹ ਕਹਿਣ ਲੱਗੀ ਪਤੀ ਫੌਜ ਤਾਂ ਆ ਗਈ, ਵੇਖ ਕੇ ਪੌੜ ਵੱਜਦੇ ਆ ਧਰਤੀ ਤੇ, ਉਹਨਾਂ ਨਾਲ ਧਰਤੀ ਕੰਬਦੀ ਹੈ, ਤੂੰ ਗੁਰੂ ਸਾਹਿਬ ਦੀ ਸ਼ਰਨ ਛੇਤੀ ਚਲਿਆ ਜਾ। ਕਿਉਂ ਰਾਜਯੋਧ ਦੇ ਤਾਈਂ ਸਿੱਖਿਆ ਦੇ ਕੇ ਉਸ ਬੀਬੀ ਰਾਜ ਕੌਰ ਨੂੰ ਭੇਜਿਆ ਸੀ ਇਹਨੂੰ ਮਹਾਰਾਜ ਦੀ ਸ਼ਰਨ ਵਿੱਚ। ਇਹਨੇ ਫਿਰ ਸਿੱਖੀ ਕਮਾਈ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਣਿਆ ਸੀ ਰਾਜਯੋਧ। ਇਸ ਪ੍ਰਕਾਰ ਗੁਰੂ ਸਾਹਿਬ ਮਹਾਰਾਜ ਜੰਗ ਦੇ ਵਿੱਚ ਇਹ ਸੇਵਾ ਵਿੱਚ ਲੱਗੇ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਹਰ ਹਰ ਕੰਪੈ ਜੀ ਥਾਲ ਤੇ ਜਿਵੇਂ ਹਰ ਮੋਤੀ ਰੱਖਿਆ ਹੁੰਦਾ ਹੈ ਉਹ ਕੰਬਦਾ ਹੁੰਦਾ ਹੈ, ਇਉਂ ਬਾਲਾ ਅਗਿਆਨੀ ਇਹ ਜੀਵ, ਬਾਲਕਾ ਸਾਧਨਾ ਪੁੰਨ ਹੰਕਾਰ ਬਾਲਾ ਬਲੀ ਕਹਾਉਣ ਵਾਲਾ ਜੀਵ ਇਹ ਕੰਬਦਾ ਹੈ। ਨਾ ਜਾਣੋ ਕਿਆ ਕਰਸੀ ਪੀ, ਨਹੀਂ ਜਾਣਦੇ ਕਿਸੇ ਸਾਡਾ ਪੀਰ ਜੋ ਪਤੀ ਪਰਮੇਸ਼ਰ ਹੈ ਉਹ ਸਾਡੀ ਕੀ ਹਾਲਤ ਕਰੇਗਾ ਪਰਮੇਸ਼ਰ। ਅਸੀਂ ਉਸ ਦਾ ਭਜਨ ਸਿਮਰਨ ਪੂਰਾ ਕਰ ਨਹੀਂ ਸਕੇ ਹਾਂ। ਰਹਿਣ ਗਈ ਮੱਧ ਦਿਨ ਪੀ ਜਾ, ਜਿਵੇਂ ਰਾਤ ਤਾਂ ਸੁੱਤਿਆਂ ਪਿਆਂ ਦੀ ਗੁਜ਼ਰ ਗਈ, ਮਹਾਰਾਜ ਕਹਿੰਦੇ ਇਹ ਜੀਵ ਹੁਣ ਦਿਨ ਨਾ ਤੂੰ ਗੁਆ ਲਈ, ਕਿਤੇ ਦਿਨੇ ਹੀ ਭਜਨ ਕਰ, ਜੇ ਰਾਤ ਨਹੀਂ ਭਜਨ ਕਰ ਸਕਿਆ, ਰਾਤ ਗਈ ਆ ਮਤਾਂ ਦਿਨ ਨੂੰ ਗੁਆ ਲੈ, ਦਿਨੇ ਪਰਮੇਸ਼ਰ ਦਾ ਸਿਮਰਨ ਕਰ ਲੈ। ਭਵਰ ਗਏ ਬਗ ਬੈਠੇ ਆ, ਦੇਖ ਭੌਰੇ ਜਿਹੜੇ ਆ ਬੈਠੇ ਆ ਬਿਰਸ਼ਾਂ ਚਲੇ ਗਏ ਹਨ ਉੱਡ ਕੇ, ਅਤੇ ਬਗਲੇ ਆ ਕੇ ਬੈਠ ਗਏ ਹਨਗੇ। ਇਸੇ ਪ੍ਰਕਾਰ ਇਹ ਜੀਵ ਤੇਰੀ ਬਾਲਕ ਅਵਸਥਾ ਰੂਪੀ ਰਾਤ ਚਲੀ ਗਈ ਹੈ, ਅਗਿਆਨ ਦੇ ਹਨੇਰੇ ਵਿੱਚ ਅਵਿਦਿਆ ਦੀ ਰਾਤ ਰੂਪ, ਅਤੇ ਦਿਨ ਜਿਹੜਾ ਹੈ ਜਵਾਨੀ ਰੂਪ ਦਿਨ ਤੈਨੂੰ ਆ ਕੇ ਪ੍ਰਾਪਤ ਹੋਇਆ ਹੈ। ਇਹ ਜਵਾਨੀ ਜੋ ਅਵਸਥਾ ਨਾ ਕਿਤੇ ਗੁਆ ਲਈ, ਮਤਾ ਚਲੀ ਜਾਵੇ ਜਵਾਨੀ ਵਿਸ਼ਿਆਂ ਦੇ ਪ੍ਰੈਣ ਹੋ ਕੇ। ਭਵਰ ਗਏ ਬਗ ਬੈਠੇ ਆ, ਜਿਹੜੇ ਤੇਰੇ ਭੌਰਾਂ ਵਰਗੇ ਕਾਲੇ ਕੇਸ ਸੀ ਉਹ ਸਿਰ ਤੋਂ ਹੁਣ ਉੱਡ ਕੇ ਚਲੇ ਗਏ, ਤੇ ਬਗਲਿਆਂ ਦੀ ਨਹੀਂ ਚਿੱਟੇ ਕੇਸ ਆ ਕੇ ਧੌਲੇ ਆ ਕੇ ਬੈਠ ਗਏ ਹੈ। ਹੁਣ ਧੌਲੇ ਤਾਂ ਸਮਾਰ ਲੈ, ਜੇ ਕਾਲੇ ਨਹੀਂ ਸਮਾਰ ਸਕਿਆ ਤੇ ਇਹਨਾਂ ਧੌਲਿਆਂ 'ਚ ਹੀ ਪਰਮੇਸ਼ਰ ਦਾ ਭਜਨ ਕਰ ਲੈ, ਐਵੇਂ ਨਾ ਆਪਣੀ ਜ਼ਿੰਦਗੀ ਬਰਬਾਦ ਕਰੀ। ਇਸੇ ਪ੍ਰਕਾਰ ਕਹਿੰਦੇ ਹਨ ਫੇਰ ਪੜੋ, ਭਵਰ ਗਏ ਰਹਿਣ ਗਈ ਮਤ ਦਿਨ ਪੀ ਜਾ। ਜਵਾਨੀ ਜਿਹੜੀ ਹੈ ਰਾਤ ਦੀ ਨਿਆਈ ਹੈ, ਵਿਸ਼ਿਆਂ ਦੇ ਵਿੱਚ ਫਸਿਆ ਰਹਿੰਦਾ ਆਦਮੀ, ਤੇ ਦਿਨ ਬਿਰਧ ਅਵਸਥਾ ਮਤਾ ਤੇਰੀ ਚਲੀ ਜਾਵੇ। ਹੈ ਜੀਵ ਭਵਰ ਗਏ ਬਗ ਬੈਠੇ ਆ, ਅਤੇ ਭਵਰ ਗਏ ਭੌਰ ਸਾਰਗ੍ਰਾਹੀ ਜਿਹੜੇ ਸੁਭਾਅ ਸੀ ਨਾ,
ਉਹ ਤੇਰੇ ਅੰਦਰੋਂ ਚਲੇ ਗਏ ਹੈ। ਤੇ ਬਗਲਿਆਂ ਦੀ ਨਹੀਂ ਦੰਭ ਬਾਦਕ ਤੇਰੇ ਉੱਤੇ ਆ ਬੈਠੇ ਹੈ। ਪਖੰਡ ਕਰਦਾ ਰਹਿਣਾ, ਦੰਭ ਕਰਦਾ ਰਹਿਣਾ, ਲੋਕਾਂ ਨੂੰ ਠੱਗਣ ਵਾਸਤੇ ਬੜਾ ਫਕੀਰ ਬਣ ਕੇ ਜਲ ਧਾਰਾ ਕਰਦਾ ਰਹਿਣਾ, ਕਦੇ ਅੱਖਾਂ 'ਚ ਤੇਲ ਪਾ ਕੇ ਪਾਣੀ ਕੱਢਦਾ ਰਹਿਣਾ। ਇਹ ਬਗਲਿਆਂ ਵਾਲੇ ਦੰਭ ਬਾਦਕ ਸੁਭਾਅ ਤੇਰੇ ਅੰਦਰ ਬੈਠ ਗਏ ਹੈ। ਪਵਰ ਸਾਰਗ੍ਰਾਹੀ ਵਾਲੇ ਜਿਹੜੇ ਸੁਭਾਅ ਸੀ ਉਹ ਤੇਰੇ ਅੰਦਰ ਧਾਰਨ ਨਹੀਂ ਹੋ ਸਕੇ, ਚਲੇ ਗਏ। ਜਿਨ੍ਹਾਂ ਨੂੰ ਸਾਰਗ੍ਰਾਹੀ ਬੁੱਧੀ ਭਵਰਿਆਂ ਦੀਆਂ ਜਿਗਿਆਸੂਆਂ ਨੇ ਕੀਤੀ ਸੀ ਉਹ ਤਾਂ ਵਾਹਿਗੁਰੂ 'ਚ ਜਾ ਕੇ ਸਥਿਤ ਹੋ ਗਏ, ਚਲੇ ਗਏ। ਤੇ ਤੇਰੇ ਅੰਦਰ ਦੰਭ ਬਾਦਕ ਸੁਭਾਅ ਕੇ ਬੈਠ ਗਏ ਬਗਲਿਆਂ ਦੀ ਨਿਆਈ। ਪਰਾਈ ਇਸਤਰੀ ਨੂੰ ਮੱਛੀਆਂ ਨੂੰ ਪਕੜਦੇ ਹੋ। ਰਹਾਉ ਕਾਜੈ ਕਰਵੈ ਰਹਿ ਨਾ ਪਾਨੀ। ਜੀ ਕਹਿੰਦੇ ਕੱਚੇ ਕਰਵੇ ਕੁੱਜੇ ਵਿੱਚ ਪਾਣੀ ਜੇ ਪਾਈਏ ਤੋ ਖਰ ਜਾਂਦਾ, ਝਾਟੀ ਪਾਣੀ ਰਹਿ ਨਹੀਂ ਸਕਦਾ। ਇਵੇਂ ਪੰਜਾਂ ਤੱਤਾਂ ਦਾ ਕੱਚਾ ਕੁੱਜਾ ਹੈ ਸਰੀਰ, ਇਹਦੇ 'ਚ ਸਵਾਸਾਂ ਰੂਪੀ ਪਾਣੀ ਰਹਿਣਾ ਨਹੀਂ, ਇਹ ਅਖੀਰ ਮੁੱਕ ਹੀ ਜਾਣੇ ਆ ਸਾਸ। ਹੰਸ ਚੱਲਿਆ ਕਾਇਆ ਕੁਮਲਾਨੀ। ਜਿਸ ਵੇਲੇ ਹੰਸ ਜੀਵ ਆਤਮਾ ਇਸ ਦੁਨੀਆ 'ਚ ਚੱਲਿਆ ਉਦੋਂ ਦੇ ਝਾਟੀ ਕੁਮਲਾ ਜਾਵੇਗੀ। ਉਸ ਵੇਲੇ ਸਰੀਰ ਦੇ ਜੇ ਅੱਖਾਂ ਜਿਸ ਤਰ੍ਹਾਂ ਅੱਡੀਆਂ ਹੀ ਰਹਿ ਜਾਂਦੀਆਂ, ਜੇ ਪੈਰ ਬਿੰਗੇ ਹੀ ਰਹਿ ਜਾਂਦੇ, ਹੱਥ ਜੇ ਲੁੱਟ ਕੇ ਹੀ ਰਹਿ ਜਾਂਦੇ ਹੈ। ਇਸ ਪ੍ਰਕਾਰ ਦੇ ਕੁਮਲਾ ਜਾਂਦੀ ਹੈ ਜੀਵਾਤਮਾ ਦੇ ਜਾਣ ਤੋਂ ਮੁਰਦਾ ਹੋ ਕੇ। ਕੁਆਰ ਕੰਨਿਆ ਜੈਸੇ ਕਰਤ ਸੀਗਾਰਾ। ਇਹ ਭਾਈ ਹੋਰ ਦ੍ਰਿਸ਼ਟਾਂਤ ਦਿੰਦੇ ਹਨ। ਪਹਿਲਾਂ ਪਰਮੇਸ਼ਰ ਦਾ ਭਜਨ ਕਰ ਲੈਣਾ ਚਾਹੀਦਾ ਹੈ। ਇਹ ਕੱਚੇ ਕੁੱਜੇ ਦੀ ਨਹੀਂ ਆਈ, ਕਰਵੇ ਦੀ ਨਹੀਂ ਆਈ, ਇਹਦੇ 'ਚ ਸਾਹਾਂ ਰੂਪੀ ਪਾਣੀ ਨਹੀਂ ਰਹਿਣਾ ਹੈ, ਅਖੀਰ ਸਾਹ ਮੁੱਕੀ ਜਾਣੇ ਹਨ। ਕੁਆਰ ਕੰਨਿਆ ਜੈਸੇ ਕਰਤ ਸੀਗਾਰਾ। ਜਿਵੇਂ ਕੁਆਰੀ ਕੰਨਿਆ ਜਿਹਦੇ ਮਾਪਿਆਂ ਨੂੰ ਪਤੀ ਨਾ ਦਿੱਤਾ ਹੋਵੇ, ਵਿਆਹੀ ਨਾ ਹੋਵੇ, ਉਹ ਸ਼ਿੰਗਾਰ ਕਰੇ ਪਤੀ ਦੇ ਸੁਖ ਵਾਸਤੇ। ਕਿਉਂ ਰਲਿਆ ਮਾਨੈ ਬਾਝ ਪਧਾਰਾ। ਉਹ ਆਪਣੇ ਪਤੀ ਜਿੰਨਾ ਚਿਰ ਮਾਪਿਆਂ ਨੂੰ ਦਿੱਤਾ ਨਹੀਂ ਉਹ ਤੋਂ ਬਗੈਰ ਕਿਵੇਂ ਉਹ ਖੁਸ਼ੀਆਂ ਮਾਣ ਸਕਦੀ ਹੈ ਉਹਦੀ ਸੇਵਾ ਦੀਆਂ। ਇਸੇ ਪ੍ਰਕਾਰ ਸਾਸ ਨਹੀਂ ਕੁਆਰ ਕੰਨਿਆ ਜਿਨ੍ਹਾਂ ਨੇ ਗੁਰੂ ਸਾਹਿਬ ਧਾਰੇ ਨਹੀਂ, ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਨਹੀਂ ਕਮਾਇਆ, ਕੁਆਰ ਕੰਨਿਆ ਵਾਂਗੂ ਹੈ। ਜਿਹੜੇ ਸ਼ਿੰਗਾਰ ਕੀ ਸਾਧਨ ਕਰਨੇ ਆ, ਜਿਹੜੇ ਇਹ ਜੇ ਸ਼ਿੰਗਾਰ ਕਰਨ ਲੱਗ ਜਾਣ ਗੁਰੂ ਸਾਹਿਬ ਦੇ ਉਦੇਸ਼ ਤੋਂ ਬਿਨਾਂ। ਕਿਉਂ ਰਲਿਆ ਮਾਨੈ ਬਾਝ ਪਧਾਰਾ। ਉਹ ਪਤੀ ਅਕਾਲ ਪੁਰਖ ਗੁਰੂ ਸਾਹਿਬ ਨੂੰ ਵਾਹਿਗੁਰੂ ਦਾ ਸਰੂਪ ਦੱਸਿਆ ਹੀ ਨਹੀਂ ਹੈ। ਇਸ ਪ੍ਰਕਾਰ ਬੰਝਿਆ ਦੀ ਨਿਆਈ ਹੈ, ਬਾਝ ਹੈ, ਬਿਨਾਂ ਹੈ ਪਤੀ ਤੋਂ। ਉਹ ਕਿਸ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਮਾਣ ਸਕਦੇ ਹੈ, ਜੀਵ ਨਹੀਂ ਮਾਣ ਸਕਦੇ। ਕਾਗ ਉਡਾਵਤ ਪੂਜਾ ਪਿਰਾਨੀ। ਹੋਰ ਦੱਸਦੇ ਹਨ ਜਿਵੇਂ ਕਾਂ ਉਡਾਉਂਦਿਆਂ ਦੀ ਜਿਹੜੀ ਪੂਜਾ ਹੈ ਉਹਦੀ ਭਾਵੇਂ ਕੁਆਰੀ ਕੁੜੀ ਦੀ ਪੁਰਾਣੀ ਪੀੜਾ ਦੇ ਸਹਿਤ ਹੋ ਜੇ, ਕਾਂ ਉਡਾਉਂਦੀ ਦੀ। ਕਹਿ ਕਬੀਰ ਇਹ ਕਥਾ ਸਿਰਾਨੀ। ਕਬੀਰ ਜੀ ਕਹਿੰਦੇ ਨੇ ਕਥਾ ਸਿਰਾ ਜਾਂਦੀ, ਬੀਤ ਜਾਂਦੀ ਹੈ, ਉਹਨੂੰ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹਨੂੰ ਮਾਪਿਆਂ ਨੂੰ ਪਤੀ ਨਹੀਂ ਦਿੱਤਾ ਉਹਦੀ ਸਾਰੀ ਇਹ ਪੀੜਾ ਦੇ ਸਹਿਤ ਹੋ ਜੇ ਭਾਵੇਂ, ਫਿਰ ਵੀ ਉਹ ਪਤੀ ਨੂੰ ਪ੍ਰਾਪਤ ਨਹੀਂ ਕਰ ਸਕਦੀ। ਇਸੇ ਪ੍ਰਕਾਰ ਕਾਗ ਉਡਾਵਤ ਪੂਜਾ ਪਿਰਾਨੀ। ਕਾਵਾਂ ਦੀ ਨਹੀਂ, ਕਾਮ ਕ੍ਰੋਧ ਨੂੰ ਉਡਾਉਂਦਿਆਂ ਦੀ ਭਾਵਾਂ ਬੁੱਧੀ ਰੂਪ ਪੂਜਾ ਪੀੜਾ ਦੇ ਸਹਿਤ ਹੋ ਜੇ ਉਹਨਾਂ ਪੁਰਖਾਂ ਦੀ। ਕਹਿ ਕਬੀਰ ਇਹ ਕਥਾ ਸਿਰਾਨੀ। ਉਹਨਾਂ ਦੇ ਵਕਾਰ ਸਰੀਰ ਚੋਂ ਜਾਂਦੇ ਨਹੀਂ। ਇਹ ਕਥਾ ਵਿਛੋੜੇ ਦੀ ਹੈ, ਵਾਹਿਗੁਰੂ ਦੇ ਮਿਲਾਪ ਵਾਲੀ ਗੁਜ਼ਰ ਜਾਂਦੀ ਹੈ, ਨਹੀਂ ਪ੍ਰਾਪਤੀ ਹੁੰਦੀ ਉਹਨਾਂ ਨੂੰ ਪਰਮੇਸ਼ਰ ਦੀ। ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਜਿਵੇਂ ਦ੍ਰਿਸ਼ਟਾਂਤ ਹੈ ਕਾਗ ਉਡਾਵਤ ਧਨ ਖੜੀ ਆਇਓ ਪੀਆ ਪੜਕ। ਅੱਧੀ ਕਾਂ ਕੇ ਗਲ ਪੜੀ, ਅੱਧੀ ਗਈ ਤੜਕ। ਇੰਨੀ ਕਮਜ਼ੋਰ ਹੋਈ ਸੀ ਪਤੀ ਦੇ ਵਿਯੋਗ ਵਿੱਚ, ਕਾਂ ਨੂੰ ਉਡਾਉਂਦੀ ਸੀ ਉਡ ਕਾਵਾਂ ਤੇ ਕੁੜ ਚੂਰੀਆਂ ਪਾਵਾਂ। ਇਸ ਤਰ੍ਹਾਂ ਦੇ ਗੀਤ ਗਾ ਕੇ ਉਡਾ ਰਹੀ ਸੀ। ਜਦੋਂ ਉਹਦਾ ਪਤੀ ਆ ਗਿਆ, ਕਾਂ ਉੱਡ ਗਿਆ, ਤੇ ਉਸ ਵੇਲੇ ਪਹਿਲਾਂ ਤਾਂ ਜਿਹੜੀਆਂ ਉਡਾਉਂਦੀ ਦੀਆਂ ਬੰਗਾਂ ਇੰਨੀ ਕਮਜ਼ੋਰ ਹੋਈ ਸੀ, ਕਾਂ ਦੇ ਗਲ 'ਚ ਹੱਥ 'ਚੋਂ ਨਿਕਲ ਕੇ ਡਿੱਗ ਪਈਆਂ। ਜਿਸ ਵੇਲੇ ਪਤੀ ਆ ਗਿਆ ਇੰਨੀ ਖੁਸ਼ੀ ਹੋ ਗਈ, ਉਹ ਬਾਂਹ ਤਕੜੀ ਹੋ ਗਈ ਤੇ ਉਹ ਸਾਰੀਆਂ ਦੀਆਂ ਤੜ ਕੇ ਟੁੱਟ ਗਈਆਂ। ਇਸੇ ਪ੍ਰਕਾਰ ਸਾਧ ਸੰਗਤ ਜੀ ਕਾਗ ਉਡਾਵਤ ਪੂਜਾ ਪੁਰਾਨੀ, ਜਿਨ੍ਹਾਂ ਦੀ ਪੂਜਾ ਜਿਹੜੀ ਹੈ ਬਿਰਤੀ ਕਾਮ ਕ੍ਰੋਧ ਆਦਿ ਕਾਮਾਂ ਨੂੰ ਹਿਰਦੇ 'ਚ ਉਡਾਉਂਦੇ ਹਨ ਗੁਰੂ ਦੇ ਉਪਦੇਸ਼ ਦੁਆਰਾ, ਤੇ ਉਹਨਾਂ ਦੀ ਸਾਧ ਸੰਗਤ ਜੀ ਪੂਜਾ ਜਿਹੜੀ ਬੁੱਧੀ ਹੈ ਉਹ ਪਿਰਾਨੀ ਬਹੁਤ ਪੀੜਾ ਦੇ ਸਹਿਤ ਹੋ ਰਹੀ ਹੈ। ਉਹਨਾਂ ਦੇ ਕਾਮ ਜਿਹੜੇ ਹਨਗੇ ਕਰਮ ਜਿਹੜੇ ਵਿਛੋੜੇ ਵਾਲੇ, ਉਹ ਕਾਮਾਂ ਨੂੰ ਉਡਾਉਂਦੇ ਹੈ। ਉਹਨਾਂ ਨੂੰ ਉਡਾਉਂਦੀ ਦੀਆਂ ਜਿਹੜੇ
ਅੰਦਰਲੇ ਸੁਭਾਅ ਸੀ ਵਿਛੋੜੇ ਵਾਲੇ। ਇਹ ਬੰਗਾਂ ਦੀ ਨਿਆਈ ਸਕਾਮ ਕਰਮਾਂ ਨੂੰ ਬੰਗਾਂ ਅੱਧੀਆਂ ਉਹ ਕਾਵਾਂ ਦੇ ਗਲ 'ਚ ਕਾਮ ਕ੍ਰੋਧ ਵੱਲ ਨੂੰ ਚਲੀਆਂ ਗਈਆਂ, ਨਿਕਲ ਗਈਆਂ, ਤੇ ਅੱਧੀਆਂ ਜਿਹੜੀਆਂ ਸੀ ਜਿਵੇਂ ਟੁੱਟ ਗਈਆਂ ਸੀ। ਇਸੇ ਪ੍ਰਕਾਰ ਨਿਸ਼ਕਾਮ ਕਰਮ ਰੂਪੀ ਜਿਹੜੀਆਂ ਚੂੜੀਆਂ ਸੀ ਉਹ ਨਿਸ਼ਕਾਮ ਕਰਮਾਂ ਦੇ ਵੀ ਹੰਗਤਾ ਨਹੀਂ ਫੁਰੀ, ਇਹ ਟੁੱਟ ਗਈਆਂ ਸਾਧ ਸੰਗਤ ਜੀ। ਇਸ ਪ੍ਰਕਾਰ ਜਿਹੜੀ ਕਾਮ ਕ੍ਰੋਧ ਨੂੰ ਅਪਾਸ਼ ਬਿਰਤੀ ਉਡਾਉਂਦੀ ਹੈ ਉਹਨੂੰ ਪਤੀ ਅਕਾਲ ਪੁਰਖ ਨੇ ਆ ਕੇ ਰਾਣੀ ਉਹਨਾਂ ਨੂੰ ਆਪਦੇ ਸਰੂਪ ਵਿੱਚ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਰਾਣੀ ਬਣਾ ਲਿਆ। ਕਹਿ ਕਬੀਰ ਇਹ ਕਥਾ ਸਿਰਾਨੀ। ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੀ ਕਥਾ ਹੈ ਇਹ ਸਾਧ ਸੰਗਤ ਜੀ ਵਿਛੋੜੇ ਦੀ ਸਰਾਗੀ ਬਤੀਤ ਹੋ ਗਈ, ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੋ ਗਿਆ ਹੈ। ਇਹ ਵਿਛੋੜੇ ਵਾਲੀ ਕਥਾ ਇੱਥੇ ਸਮਾਪਤ ਹੋ ਗਈ ਹੈ, ਬਤੀਤ ਹੋ ਗਈ ਹੈ। ਆ ਗਿਆ ਭੋਗ ਨੇੜੇ, ਆਜੂ ਕੋਈ ਇੱਧਰ ਆ ਗਿਆ। ਕਾਗ ਉਡਾਵਤ ਭੁਜਾ ਪਿਰਾਨੀ। ਕਹਿ ਕਬੀਰ ਇਹ ਕਥਾ ਸਿਰਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਰੇ ਐਸੇ ਗੁਰ ਕੋ ਬਲ ਬਲ ਜਾਈ ਆਪ ਮੁਕਤ ਮੋਇ ਤਾਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਇ ਤਾਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਇ ਤਾਰੇ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਇ ਤਾਰੇ ਐਸੇ ਗੁਰ ਕੋ ਬਲ ਬਲ ਜਾਈ आप मुकुट मोह तारे ऐसे गुर को बल बल जाइए आप मुकुट मोह तारे ऐसे गुर को बल बल जाइए आप मुकुट मोह तारे ऐसे गुर को बल बल जाइए। नारायण नरपद नमस्कार ऐसे गुर को बल बल जाइए 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 आप मुकुट मोह तारे ऐसे गुर को बल बल जाई आप मुकुट मोह तारे ऐसे गुर को बल बल जाइए आप मुकुट मोह तारे ऐसे गुर को बल बल जाइए आप मुकुट मोह तारे ऐसे गुर को बल बल जाइए। कवन 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 गुण कहिए कवन 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 गुण कहिए अंत नहीं किस पार ऐसे गुर को बल बल जाई आप मुकुट मोह तारे ऐसे गुर को बल बल जाइए ऐसे गुर को बल बल जाइए आप मुकुट मोह तारे बिस्म 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 ही पई है बिस्म 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 ही पई है लाल गुर अंग रंगार ऐसे गुर को बल बल। सारे संगतां दे चरनां 'च बेनती है कि सतगुरु की कृपा द्वारा ये अठ साहब संगत जी कथा का इत्थे भोग पिया गुरु गोबिंद सिंह साहब इस कथा नूं आपदे दर विच प्रवान करन। सारे ਸਿੰਘਾਂ ਦੇ चरनां 'ਚ बेनती है जिन्नियां रहिंदियां होए साथ गुरमुखां नूं लाहा उठाया है बड़े भागां वाले हो तुसीं अते दास वालों जो गलतियां होईयां होण ਉਹ अपना बच्चा जान के माफ़ करना गलती चेते नहीं रखनी अते गुरसिੱਖੀ ਦਾ ਦਾਨ सारे अरदास करनी दास नूं प्राप्त होवे अते संगत मिल के गुण गाओ ते अपने जीवन नूं सफला करो। सब संगतां नूं वाहिगुरू जी का खालसा वाहिगुरू जी